सतनाम श्री वाहिगुरू। वाहिगुरू। गुर गोबिंद गोपाल गुर गुरपूरन नारायण है। गुरदयाल समरथ गुर गुर नानक पतत उदाहरण है। चवर छतर तखत दे मालक साहिब श्री गुरु ग्रंथ साहिब जी की पावन हजूरी विच सुभाएमान गुरु स्वरूप गुरु प्यारी खालसा साध संगत की फतेह प्रवान करो। वाहिगुरू जी का खालसा वाहिगुरू जी की फतेह। नानकसर संप्रदाय दे महापुरुष संत बाबा जोरा सिंह जी तिन्हां वल्लों आप सरबत संगत दे सहयोग सदका न्यू अमृतसर विखे ये सत रोज़ा गुरमत समागम हर साल की तरह करवाए जा रहे हैं। आओ अपने समय नूं जीवन नूं सफलिया करन दे लई सिख जगत की वडियाई नूं गा के इन्हां घड़ियां नूं गुरु के दर उपर सफलियां करिए। साहिब श्री गुरु तेग बहादुर महाराज जी दे 400 साला प्रकाश उत्सव नूं समर्पित देशां देशांतरां विच समागम इस साल चलते रहे ने। ऐसी बुलंद हस्ती महाराज दी है, लोकाई दे भले हित अकाल पुरख ने 10 सरगुण स्वरूप धारे। आप नारायण कलाधार जग में परवरियो। गुरु नानक साहब तो बाद गुरु गोबिंद सिंह पातशाह ताई सच की आवाज़ नूं बुलंद करन लई परमात्मा सरगुण स्वरूप विच प्रगट रहे। अकाल पुरख दे 9वें जामे गुरु तेग बहादुर साहिब सच्चे पातशाह ने इस रुतबे बाबत बाणी का फरमान है, पार ब्रह्म नानक गुरुदेव वड्डा भाग पाइए हर सेव। गुरु नानक साहब 10 पातशाहियां परमात्मा का रूप ने। किसी आदम जात दे नाल उन्हां नूं कंपेयर नहीं किया जा सकता। सब उन्हां तो निवाण विच ने। फारसी विच भाई नंद लाल जी ने ये बोल कहे ने, कायम बिल जाते हकुल कदीम वा दाइम नदीमे सुबहानुल अजीम। कहते आया गुरु तेग बहादुर साहिब जो सुते सिद्ध अपने आप तो प्रकाश प्रगट परमात्मा है, तुसीं ओदे साथी हो, उहदा तुसीं रूप हो। तुहाडे अते परमात्मा दे दरम्यान कोई फर्क नहीं है। नदीमे का मतलब है जो यार है। तुसीं परमात्मा दे मित्र हो, परमात्मा दे वजीर हो, परमात्मा दे खासम खास हो, परमात्मा दा तुसीं रूप हो।
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤੇ ਜਗ੍ਹਾ ਜਗ੍ਹਾ ਤੁਹਾਨੂੰ ਇਹ ਵਡਿਆਈ ਮਿਲੇਗੀ, ਜੈ ਜੈਕਾਰ ਮਿਲੇਗੀ। ਪਾਰ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤ ਲਾਇਣਾ। ਗੁਰੂ ਹੀ ਪਰਮੇਸ਼ਵਰ ਹੈ। ਜਿਹੜਾ ਗੁਰੂ ਨੂੰ ਧਿਆਵੇਗਾ ਉਹਦਾ ਮਨ ਤਨ ਸ਼ੀਤਲ ਹੋਵੇਗਾ, ਉਹਦੇ ਰੋਗ ਸੋਗ ਮਿਟਣਗੇ। ਐਸੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਾਜ਼ 1678 ਬਿਕਰਮੀ ਸੰਮਤ ਨੂੰ ਵੈਸਾਖ ਵਦੀ ਪੰਚਵੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਹੁੰਦਾ ਹੈ। ਇਕਲੌਤੇ ਗੁਰੂ ਨੇ 10 ਪਾਤਸ਼ਾਹੀਆਂ ਚੋਂ ਜੋ ਇੱਥੇ ਪ੍ਰਗਟ ਹੋਏ ਨੇ। ਭਾਗਾਂ ਵਾਲੀ ਮਾਂ ਮਾਤਾ ਨਾਨਕੀ ਹੈ, ਪਿਤਾ ਗੁਰੂ ਹਰਗੋਬਿੰਦ ਸਾਹਿਬ, ਛਠਮ ਪੀਰ ਬੈਠਾ ਗੁਰ ਭਾਰੀ, ਖੁਦਾ ਦਾ 6ਵਾਂ ਸਰੂਪ ਸਮਝੇ ਜਾਣ ਵਾਲੇ। ਆਸਾ ਦੀ ਵਾਰ ਲੱਗੀ, ਕੀਰਤਨ ਹੋ ਰਿਹਾ ਹੈ। ਹਰਮੰਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਿਦਾਰੇ ਦੇ ਰਹੇ ਨੇ ਸੰਗਤਾਂ ਨੂੰ। ਸਿੱਖ ਨੇ ਕੰਨ ਵਿੱਚ ਆਵਾਜ਼ ਪਾਈ, ਮਹਾਰਾਜ ਬਾਲਕ ਪ੍ਰਗਟ ਹੋਏ ਨੇ ਤੁਹਾਡੇ ਗ੍ਰਹਿ ਵਿਖੇ। ਸ਼ਾਂਤ ਰਸ ਬੈਠੇ ਸੁਣਦੇ ਰਹੇ, ਸੰਗਤ ਨੂੰ ਦਿਦਾਰੇ ਦਿੰਦੇ ਰਹੇ। ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ, ਬਾਲਕ ਜਨਮਿਓ ਭਇਓ ਆਨੰਦ, ਰਖਬੇ ਹਿਤ ਜਗ ਬੀਰਜ ਹਿੰਦ। ਸਨਾਤਨ ਮਤ ਦੁਨੀਆ ਦਾ ਪੁਰਾਣਾ ਧਰਮ, ਕਹਿੰਦੇ ਇਨਸਾਨੀਅਤ ਦਾ, ਸਨਾਤਨ ਮਤ ਦਾ, ਧਰਮ ਦਾ ਬੀਜ ਰੱਖਣ ਵਾਲਾ ਬਾਲਕ ਪੈਦਾ ਹੋ ਗਿਆ ਹੈ। ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਰੰਚਕ ਮਾਤਰ ਵੀ ਚਿਹਰੇ ਦਾ ਹਾਵ ਭਾਵ ਨਹੀਂ ਬਦਲਿਆ। ਇਹ ਖਬਰ ਸੁਣ ਕੇ ਦੁਨਿਆਵੀ ਬੰਦਾ ਹੁੰਦਾ ਤੇ ਆਪੇ ਚੋਂ ਬਾਹਰ ਹੋ ਜਾਂਦਾ ਵੀ ਘਰ ਕਾਕਾ ਜੰਮਿਆ ਹੈ। ਕਥਾ ਜਾਣੀ ਸੀ ਭੁੱਲ, ਕੀਰਤਨ ਜਾਣਾ ਸੀ ਵਿਸਰ, ਤੇ ਦੌੜ ਕੇ ਘਰ ਪਹੁੰਚਣਾ ਸੀ। ਜੇ ਆਮ ਇਨਸਾਨ ਹੁੰਦਾ ਵੀ ਕਾਕੇ ਕਿਤੇ ਰੋਜ਼ ਜੰਮਦੇ ਨੇ, ਕਥਾ ਕੀਰਤਨ ਤੇ ਰੋਜ਼ ਹੁੰਦਾ, ਅੱਜ ਨਹੀਂ ਤੇ ਕੱਲ ਸੁਣ ਲਾਂਗੇ। ਸਾਡਾ ਇਹ ਸੁਭਾਅ ਹੈ, ਜਬ ਕਸ਼ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਬੰਦੇ ਦੀ ਹਸਤੀ ਇਹ ਹੈ, ਕੁਝ ਮਿਲੇ ਪੈਸਾ ਪਰਿਵਾਰ ਆਪੇ ਤੋਂ ਬਾਹਰ ਹੁੰਦਾ ਹੈ, ਖੁਸ਼ ਹੋ ਜਾਂਦਾ ਹੈ। ਉਹ ਮਿਲਿਆ ਹੋਇਆ ਵਿਛੜ ਜਾਵੇ, ਕੋਈ ਘਰ ਵਿੱਚ ਮਰ ਜਾਵੇ ਜਾਂ ਪੈਸਾ ਹੱਥੋਂ ਨਿਕਲ ਜਾਵੇ, ਫਿਰ ਕੰਧ ਨਾਲ ਟੱਕਰਾਂ ਮਾਰ ਮਾਰ ਰੋਂਦਾ ਹੈ। ਪਰ ਇਹ ਪਰਮੇਸ਼ਵਰ ਦੀ ਬੁਲੰਦ ਹਸਤੀ ਕੁਝ ਵੱਖਰੀ ਹੈ। ਕਦੇ ਤੁਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਿਓ, ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਜੋ ਸੁੱਖ ਤੋਂ ਦੁੱਖ ਤੋਂ ਰਹਿਤ ਹੈ, ਇੱਕ ਰਸ ਰਹਿਣ ਵਾਲਾ ਹੈ, ਉਹ ਭਗਵਾਨ ਵਰਗਾ, ਉਹ ਭਗਵਾਨ ਹੈ, ਉਹ ਮੂਰਤ ਹੈ ਰੱਬ ਦੀ। ਜਿਹੜਾ ਦੁੱਖ ਸੁੱਖ ਤੋਂ ਮੋਹ ਮਾਇਆ ਤੋਂ ਉਪਰਾਮ ਹੋ ਗਿਆ। ਅਸੀਂ ਹਰ ਕਿਸੇ ਨੂੰ ਹੀ ਰੱਬ ਦਾ ਰੂਪ ਕਹਿ ਦਿੰਦੇ ਹਾਂ, ਨਹੀਂ, ਉਹ ਬੜੀ ਬੁਲੰਦ ਹਸਤੀ ਹੈ, ਉੱਚੀ ਹਸਤੀ ਹੈ, ਕੋਈ ਵਿਰਲਾ ਹੁੰਦਾ ਹੈ। ਦਰਸ਼ਨ ਦੇ ਕੇ ਸੰਗਤਾਂ ਨੂੰ ਸਮਾਪਤੀ ਹੋਣ ਤੋਂ ਬਾਅਦਾਂ ਸੰਗਤਾਂ ਦੀਆਂ ਝੋਲੀਆਂ ਭਰ ਕੇ, ਕਿਉਂਕਿ ਸਾਰੇ ਭਿਖਾਰੀ ਚਰਨਾਂ 'ਚ ਮੰਗਣ ਹੀ ਆਉਂਦੇ ਨੇ, ਆਪਾਂ ਹੋਰ ਇੱਥੇ ਕਿਹੜਾ ਕੁਝ ਦੇਣ ਆਉਂਦੇ ਆ, ਲੈਣ ਹੀ ਆਉਂਦੇ ਆ। ਮਨੋ ਇਸ਼ਿਤ ਵਰ ਬਖਸ਼ ਕੇ ਆਪ ਗੁਰੂ ਕੇ ਮਹਿਲਾਂ ਵਿੱਚ ਗਏ। ਨਾਲ ਬਾਬਾ ਬਿਧੀ ਚੰਦ ਆਦਿਕ ਮੁਖੀਏ ਸਿੱਖ ਨੇ, ਤੇ ਜਾਂਦਿਆਂ ਹੀ ਬਾਲਕ ਨੂੰ ਨਮਸਕਾਰ ਕਰ ਦਿੱਤੀ, ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਨੇ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਬੋਲ ਨੇ, ਤਬ ਗੁਰ ਸਿਸ ਕੋ ਬਦਨ ਕੀਨੀ, ਅਤ ਹਿਤ ਲਾਏ, ਵਿਦਿਆ ਕਹਿ ਕਸ ਬੰਧਨ ਕੀ, ਕਹੋ ਮੋਹੇ ਸਮਝਾਏ। ਆਇਆ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਇਸ ਬਾਲ ਨੂੰ
नमस्कार कीती, मत्था टेकिया है। की कारण दसो? क्योंकि दुनिया दे उत्ते बालक पिता अगे झुकदे वेखे ने, पिता बालक अगे झुकदा नहीं वेखिया। महाराज पातशाह बालक बाबा तेग बहादुर दी शान विच तिन अल्फाज कहंदे ने, त्रिदंड, आखंड, महाप्रचंड। कहंदे ए बदफैली करन वालियां नूं, विकारियां नूं, कुकर्मियां नूं, दुराचारियां नूं, काम क्रोध लोभ मोह हंकार आदਿਕ विकारां नूं दंड देवेगा, मिटा देवेगा। बाणी चाहुंदा ना, जयकार कियो धर्मियों का पापी कहो दंड दियो। दूसरा लफ्ज वरत्या है अखंड। इहदा चौंकड़ा ना टुटण वाला होवेगा। कितनी भी मुसीबत आ जावे ये अखंड रहणगे, अडोल रहणगे। ते तुसीं देखो पातशाह दा चाहे निर्गुण स्वरूप की याद विच चौंकड़ा है। बाबे बकाले की धरती ते भोरा साहब 26 वरे सहज समाध विच रहे ने, ते चाहे चांदनी चौंक दा ओ पिंजरा है शहादत दे समय लम्मा समा जिथे कैद रहे। एडी मुसीबत समय नहीं डोले, ते जे चौंकड़ा लाया खुदाया दी याद विच फिर भी रंचक मात्र भी मन नहीं भटकिया। अडोल समाधि दे मालक होणगे। वेखो गुरु दी कृपा होवे ते समाधि मिलदी है। जोग जुगत ज्ञान भुगत सुरत शब्द तत् बेते जप तप अखंडली। कोई विरला ही ना खंडित होने वाला चौकड़ा ला सकता है। अपना चौकड़ा तो बगलियां वर्गा होंदा। गुड़का साहब फड़ लिया, जपजी साहब पढ़न लग पे, कदे आ पासा थलिया, कदे ओ पासा थलिया, कदे इधर वेख्या, कदे उधर वेख्या। फोन आवे तो वह भी कन्न नूं ला लिया, गल्लां बातां कर लईआं। ये अखंड चौकड़ा नहीं है। जिथे तन टिकया उत्थे मन टिक गया। ये अखंड चौकड़ा। साडा तन सतसंग विच हुंदा ते मन होनी किधरे कारोबार करदे ने। ये अखंड चौकड़े दे मालक होणगे, अखंड समाधि दे ये मालक होणगे। तीसरा लफ्ज वरत्या पातशाह दी शान विच महाप्रचंड। इन्हां दा तेज प्रताप इतना होवेगा जिथे चाहे इन्हां नूं छुपा लियो, ये सत्तां तालियां विच भी छुपे ना रहणगे। इन्हां दी दुनिया ते जय जयकार होवेगी, इन्हां दी दुनिया ते वडियाई होवेगी, इन्हां दी दुनिया ते शोभा होवेगी, सूरजां नालों वध के प्रकाश होवेगा। बाणी चाहुंदा ना, सतगुर विच आप रखे उनकर प्रगट आख सुनाया। अकाल पुरख गुरां विच बैठा, दुनिया ते गुरां नूं प्रगट कीता और सारी लोकाई जानदी है गुरु तेग बहादुर साहब दा की रुतबा है। ऐसे गुरु तेग बहादुर साहब पातशाह ने बाबा बिधि चंद जी इस बालक दे रोम रोम विच वैराग है, सूरबीरता नाल शरसार बालक है। ये धर्म दा रखियक होवेगा, गुरु नानक दे तख्त दा वारस होवेगा। इनू बंधना इसलिए कीती है, सिर इहदे अगे इसलिए झुकाया है, सजदा तां कीता है। बाणी दा फरमान है, गुरु दे अगे सिर सानू झुकाउणा ही पवेगा। ये सिद्धांत है। नैनी देखो गुर दर्शनों गुर चरणी मथा। विचार बाद की गल है। तू बाणी दी कर, मुबारक है तैनू। पहला अध्यात्मक दा अदब सत्कार, उन्होंने सजदा करना ही पवेगा। महाराज नू परिवार कहंदा जी नामकरण करो, नाम रखो। कवि संतोख सिंह जी कहंदे ने गुरु हरगोबिंद साहब ने पेशेन गोई कीती, भविष्यवात कहे। भविख बाबत तो बोलते ने श्री गुर तब हृदय विचारा
इसके उपजह बली उधारा रण बहादरी कर है बडेरी एह निरभै जर तुर्क अखेरी सुत बहादरी तेग करे है छत्र बृंद को जंग खपे है याते तेग बहादर नाम धरियो विचार गुरु अबिराम। कहते ये मैदाने जंग विच शत्रुआं नूं खपावेगा, तलवार दा ये धनी होवेगा ते इहदे घर विच जो बाल प्रगट होवेगा। गुरु गोबिंद सिंह बाबत कहते वो तुरकां दीयां तलवार दे नाल जड़ां उखाड़ के सुट दवेगा। ये सानू ते कहते फिर तेग ही चलती नजरी आउंदी है इस परिवार विच। इंसानियत दे भारत वर्ष दे दुश्मनां दे खिलाफ ते नाम असीं इहदा रखदे हां तेग बहादुर। नामकरण होया, तुसीं आखोगे सानू ते पता नहीं अगां की होवेगा, पिछला भी भुल जाने आ, आउण वाले समय बाबत नहीं जानते। गुरु साडे वर्गा नहीं है, किधरे वो सरगुण स्वरूप है, किधरे निर्गुण जोत स्वरूप है। जो निर्गुण है वो हर युग विच है। तू सतगुर चहो जुगी आप आपे परमेश्वर, अगां पिछे सब जानदा है। वो समा आया 1699 विक्रमी संमत फग्गण दा महीना है, 12 साल दी उम्र। गुरु तेग बहादुर साहिब दा आनंद कारज माता गुजरी दे नाल होया। जो माता बिशन कौर अते पिता लाल चंद दी सपुत्री है, रहन वाले करतारपुर दे ने। मैं बेनती करा, हर नारी दी इच्छा हुंदी है भी पति रब वर्गा मिले, लोड़िंदा पति मिले। बाणी चाहता ना, यार वे नित सुख सुखैंदी सा मैं पाई वर लोड़िंदा आया वजी वाधाई। ते जिन्हों मन भाउंदा वर मिल जाता है फिर वो बड़े चाह नाल रहिंदी है। ते इत्थे रब वर्गा पति नहीं मिलिया, इत्थे खुदाया रब परम ईश्वर गुरु तेग बहादुर दे रूप विच मां गुजरी नूं मिल गया। वो मां नूं मिलिया जिहड़ा हर जरे विच निर्गुण हो के समाया है। बाणी दा ही फुरमान है ना, गुरु ग्रंथ साहिब पातशाह कहते ने असंभव उदवयो पुरख पूरन विधातो। असंभव है जिहदा दुनिया ते आकार लैके आउणा, जो जोत स्वरूप है। कहते अज गुरु दे रूप विच गुरु अर्जन, गुरु नानक, गुरु तेग बहादुर बन के प्रगट हो गया। अज दुनिया ते आगाज होया उसका, जो सुते सिद्ध अपने तो प्रकाशवान है। दैट प्राइमल लॉर्ड, दैट क्रिएटर हैज टेकन बर्थ इन दिस वर्ल्ड। गुरु तेग बहादुर गुरु अर्जन दे रूप विच दुनिया ते प्रगट है। मां गुजरी नूं गुरु तेग बहादुर खुद खुदा मिल गए। सारा जीवन प्रेम विच शरसार रहे। मैदाने जंग विच तलवार भी उन्हां चलाई, करतारपुर दा जंग भी जित्तिया। एक उन्हां दे जीवन दे विच जंग बाबत विचार प्रगट हुंदी है। माता नानकी ते माता गुजरी महिलां दे अटारी ते खलोते ये जंग अखीं वेखण, क्योंकि करतारपुर विच मुगलिया सल्तनत ने हमला कर दिता सी। शहर दे विच जंग हो रहा है। नमक हरामी गुरु घरों रोजी रोटी खाण वाला पैंदे खां ये जरनैल है फौजां दा, जहांगीर बादशाह दी जो सेना है। नाल काले खां जरनैल आया है। 14 वरियां दे गुरु तेग बहादुर साहब, कुछ छोटी उम्र है। 1691 विक्रमी संवत की गल है। लख के इर्द गिर्द फौजा ने दिल्ली के तख्त दियां। 2 तो 3 हज़ार सूरमा है गुरु हरगोबिंद साहब के पास।
कवि संतोख सिंह लिखते ने, श्री तेग बहादुर फिरत माहे बरजंत बहुत कर हटत नाहे। मैदाने जंग विच फिरदे ने गुरु तेग बहादुर, तलवार लहराउंदे ते माता नानकी ने कासिद हथ सुनिया भेजिया भी मैदाने जंग विच दुश्मनां नूं चीरदे होए जाओ मेरे लाल कोल, थक गए होणगे, छोटी उमरा है, ते लै आओ वापस। पिता गुरु हरगोबिंद साहिब उन्हां दे जंग ते जित ही लैणगे। कासिद पहुंचिया दुश्मनां नूं चीरदा गुरां दे कोल, बेनती कीती ते कहंदे मां नूं जाके ये गल कह दिओ, ਜਿਹੜੇ ਧਰਮਵੀਰ ਹੁੰਦੇ ਨੇ ਨਾ, ਸੂਰਮੇ ਮੈਦਾਨੇ ਜੰਗ ਨੂੰ ਜਿੱਤ ਕੇ ਵਾਪਸ ਪਰਤਦੇ ਨੇ ਤੇ ਜਾਂ ਸ਼ਹੀਦ ਹੋ ਕੇ ਉਹਨਾਂ ਦੀ ਲੋਥ ਪਰਤਦੀ ਹੈ, ਜ਼ਿੰਦਾ ਨਹੀਂ ਆਉਂਦੇ। ਇਦਾਂ ਬਾਣੀ ਦਾ ਹੀ ਫਰਮਾਨ ਹੈ ਨਾ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਾ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਜਾਂ ਜੰਗ ਜਿੱਤ ਕੇ ਆਵਾਂਗੇ ਤੇ ਜਾਂ ਸ਼ਹਾਦਤ ਹੋਵੇਗੀ, ਇਦਾਂ ਨਹੀਂ ਆਉਣਾ। ਖੈਰ ਗੁਰੂ ਕਿਆਂ ਦੇ ਅੱਗੇ ਕਿਹੜਾ ਟਿਕ ਸਕਦਾ ਹੈ? ਤੇਰੀ ਜੇ ਗਿਣਤੀ ਬਹੁਤੀ ਵੀ ਹੈ ਤੇ ਇਹਦਾ ਮਤਲਬ ਇਹ ਥੋੜਾ ਵੀ ਕੀੜਿਆਂ ਦਾ ਝੁੰਡ ਬਾਜ ਦਾ ਕੁਝ ਵਿਗਾੜ ਲਵੇਗਾ, ਗਿੱਦੜਾਂ ਦਾ ਝੁੰਡ ਸ਼ੇਰ ਦਾ ਕੁਝ ਵਿਗਾੜ ਲਵੇਗਾ। ਗੁਰੂ ਖੁਦਾਇਆ ਦਾ ਰੂਪ ਹੈ, ਉਹਦੇ ਅੱਗੇ ਬੰਦੇ ਦੀ ਹਸਤੀ ਕੀੜੇ ਨਾਲੋਂ ਵੱਧ ਕੇ ਨਹੀਂ ਹੈ। ਗਿਣਤੀਆਂ ਨਾਲ ਫਰਕ ਨਹੀਂ ਪੈਂਦਾ ਗੁਰੂ ਨੂੰ। 10 ਲੱਖ ਦਾ ਘੇਰਾ ਸੀ ਨੰਦਾਂ ਦੀ ਪੁਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਰੋਮ ਤੱਕ ਵਿੰਗਾ ਨਹੀਂ ਕਰ ਸਕਿਆ ਔਰੰਗਜ਼ੇਬ। ਮਹਾਰਾਜ ਕਹਿੰਦੇ ਕੀ ਹੋਇਆ? ਮੇਰੇ ਸਾਹਿਬਜ਼ਾਦੇ ਸ਼ਹੀਦ ਕਰ ਲਏ, ਮੇਰੇ ਸਿੰਘ ਸ਼ਹੀਦ ਕਰ ਲਏ। ਗੋਬਿੰਦ ਅੱਜ ਵੀ ਜ਼ਿੰਦਾ ਹੈ। ਗਿਣਤੀਆਂ ਗੁਰੂ ਦਾ ਕੁਝ ਨਹੀਂ ਵਿਗਾੜ ਸਕਦੀਆਂ। ਜ਼ਫਰਨਾਮੇ ਦੇ ਫਾਰਸੀ ਦੇ ਬੋਲ ਨੇ, ਚੂਹਕ ਯਾਰ ਬਾਸ਼ਦ ਚੇ ਦੁਸ਼ਮਨੀ ਕਨਦ, ਅਗਰ ਦੁਸ਼ਮਨੀ ਰਾਬਾ ਸਦ ਤਨ ਕੋ ਨਦ। ਮਹਾਰਾਜ ਕਹਿੰਦੇ ਨੇ, ਦੁਸ਼ਮਣ ਚਾਹੇ 100 ਗੁਣਾ ਵੱਧ ਹੋਵੇ, ਯਾਰ ਰੱਬ ਚਾਹੀਦਾ ਹੈ, ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਤੇ ਗੁਰੂ ਤੇ ਆਪ ਪਰਮੇਸ਼ਰ ਦਾ ਸਰੂਪ ਹੈ। ਸੋ ਮਹਾਰਾਜ ਕਰਤਾਰਪੁਰ ਦੀ ਜੰਗ ਗੁਰੂ ਹਰਗੋਬਿੰਦ ਸਾਹਿਬ ਜਿੱਤੇ। ਬਾਬਾ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਨਾਮ ਤੇਗ ਬਹਾਦਰ ਰੱਖਿਆ ਸੀ, ਅੱਜ ਦਰਸਾ ਦਿੱਤਾ ਵੀ ਵਾਕਿਆ ਹੀ ਤੇਗ ਦੇ ਧਨੀ ਹੋ ਤੁਸੀਂ। ਇੱਥੋਂ ਪਰਿਵਾਰ ਕਰਤਾਰਪੁਰ ਛੱਡ ਕੇ ਕੀਰਤਪੁਰ ਸਾਹਿਬ ਚਲਿਆ ਗਿਆ। ਸਾਰਾ ਬਾਲ ਪਰਿਵਾਰ ਪਾਤਸ਼ਾਹ ਦਾ ਨਾਲ ਹੈ। ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ 5 ਭੂਤਕ ਸਰੀਰ ਤਿਆਗਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਹਰ ਰਾਏ ਸਾਹਿਬ ਨੂੰ ਬਖਸ਼ਦੇ ਨੇ। ਆਪ 5 ਭੂਤਕ ਸਰੀਰ ਤਿਆਗਣ ਲੱਗੇ। 1695 ਬਿਕਰਮੀ ਸੰਮਤ ਮਹਾਰਾਜ ਚੋਲਾ ਤਿਆਗ ਕੇ ਇਹ ਅਕਾਲ ਪੁਰਖ ਦੀ ਅਗੰਮੀ ਜੋਤ ਗੁਰੂ ਹਰ ਰਾਏ ਸਾਹਿਬ ਵਿੱਚ ਸਥਾਪਿਤ ਕਰਕੇ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਦੀ ਸੇਵਾ ਉਹਨਾਂ ਨੂੰ ਦੇ ਗਏ। ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਮਾਤਾ ਨਾਨਕੀ ਨਾਲ ਆਪਣੇ ਨਾਨਕੇ ਬਕਾਲੇ ਪਿੰਡ ਚਲੇ ਗਏ। ਸਮਾਂ ਆਇਆ ਗੁਰੂ ਹਰ ਰਾਏ ਸਾਹਿਬ ਨੇ ਅਕਾਲ ਪੁਰਖ ਦੇ ਅਗੰਮੀ ਤਖਤ ਦਾ 8ਵਾਂ ਵਾਰਸ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਥਾਪਿਆ। ਐਵੇਂ 5 ਸਾਲਾਂ ਤੋਂ ਥੋੜ੍ਹੇ ਦਿਨ ਹੀ ਉੱਪਰ ਉਹਨਾਂ ਦੀ ਮਨੁੱਖੀ ਜਾਮੇ ਦੀ ਉਮਰ ਹੈ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਵਿੱਚ ਨੇ, ਸੰਗਤਾਂ ਦੇ ਦੁੱਖ ਹਰਦੇ ਇਹ 5 ਭੂਤਕ ਚੋਲਾ ਤਿਆਗਣ ਲੱਗੇ। ਸੰਗਤ ਨੇ ਪੁੱਛਿਆ ਮਹਾਰਾਜ ਕਿਹਦੇ ਲੜ ਕੇ ਚੱਲੇ ਹੋ? ਇਤਿਹਾਸ ਦੇ ਬੋਲ ਨੇ, ਕਵੀ ਸੰਤੋਖ ਸਿੰਘ ਕਹਿੰਦੇ ਬੋਲੇ ਸਭਨ ਸੁਨਾਏ ਵਿਸਾਲੇ ਬਾਸੇ ਬਾਬਾ ਬੀਚ ਬਕਾਲੇ। ਬਾਬਾ ਬਕਾਲੇ ਆਏ। ਹੁਣ ਜਦੋਂ ਲਫ਼ਜ਼ ਬਾਬਾ ਵਰਤਿਆ, ਨਾਮ ਨਹੀਂ ਲਿਆ, ਤੋ ਜਿੰਨੇ ਵੀ ਸੋਢੀ ਕਰਤਾਰਪੁਰ ਰਹਿੰਦੇ ਸੀ ਉਹ ਸਾਰੇ ਆ ਕੇ ਬਾਬੇ ਬਣ ਕੇ ਬਕਾਲੇ ਬਹਿ ਗਏ। ਧੀਰ ਮਹੱਲਾ ਤੱਕ
22 ਮੰਜੀਆਂ ਡਹਿ ਗਈਆਂ। ਜਿਹਨੂੰ ਪੁੱਛੋ ਕਹਿੰਦਾ ਮੈਂ ਹੀ ਗੁਰੂ ਹਾਂ। ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਭਾਇਆ। ਸਾਰੇ ਗੁਰੂ ਬਣ ਕੇ ਬਹਿ ਗਏ। ਹੁਣ ਆਮ ਬੰਦਾ ਨਹੀਂ ਪਹਿਚਾਣ ਪਾ ਸਕਦਾ ਵੀ ਕੱਚ ਕੀ ਹੈ ਤੇ ਹੀਰਾ ਕੀ ਹੈ। ਜੇ ਤਰਾਸ਼ ਕੇ ਰੱਖ ਦਿਓ ਤੇ ਇਹ ਬੜੇ ਬੜੇ ਜ਼ੋਹਰੀ ਕੱਚ ਨੂੰ ਹੀਰੇ ਵਰਗਾ ਕਰਕੇ ਰੱਖ ਦਿੰਦੇ ਨੇ। ਹਰ ਬੰਦੇ ਨੂੰ ਪਹਿਚਾਣ ਨਹੀਂ ਹੈ ਮਹਾਂਪੁਰਸ਼ਾਂ ਦੀ। ਰੱਬੀ ਰਸ ਮਾਨਣ ਵਾਲੇ ਪਹਿਚਾਣ ਸਕਦੇ ਨੇ ਸੰਤ ਕੌਣ ਹੈ, ਮਹਾਂਪੁਰਸ਼ ਕੌਣ ਹੈ। ਹੁਣ ਜਿਹੜੀ ਫੀਲਡ ਹੈ ਕਿਸੇ ਦੀ ਉਹਦੇ ਬਾਰੇ ਹੀ ਗਿਆਨ ਰੱਖੇਗਾ ਨਾ। ਤੁਸੀਂ ਹੱਡੀਆਂ ਦੇ ਡਾਕਟਰ ਹੋ, ਫਿਜ਼ੀਓਥੈਰੇਪਿਸਟ ਹੋ, ਤੁਹਾਨੂੰ ਕੀ ਪਤਾ ਦੰਦਾਂ ਦਾ ਇਲਾਜ ਕਿਵੇਂ ਕਰਨਾ ਹੈ। ਉਹ ਤੇ BDS ਕਿਸੇ ਨੇ ਕੀਤੀ ਤੇ ਉਹ ਜਾਣੇ। ਹੁਣ ਮਹਾਰਾਜ ਬਾਬਤ ਕੋਈ ਰੱਬੀ ਰਸ ਮਾਨਣ ਵਾਲਾ ਹੀ ਦੱਸੇ ਨਾ ਵੀ ਕੌਣ ਗੁਰਤਾ ਦਾ ਮਾਲਕ ਹੈ। ਆ ਗਿਆ ਇੱਕ ਬਾਬਾ ਮੱਖਣ ਸ਼ਾਹ ਲੁਬਾਣਾ। ਉਹਨੇ ਆ ਕੇ ਵੇਖਿਆ ਵੀ ਇੱਥੇ ਤੇ ਗੁਰੂ ਵਾਹਵਾ ਬਣੇ ਬੈਠੇ ਨੇ, 2-2 4-4 5-5 ਮੋਹਰਾਂ ਹਰ ਮੰਜੇ ਤੇ ਰੱਖੀ ਗਿਆ। ਉਹ ਸੋਨੇ ਦੀਆਂ ਮੋਹਰਾਂ ਵੇਖ ਕੇ ਹੀ ਲਟੂ ਹੋ ਗਏ। ਸੋਢੀ ਜਿਹੜੇ ਸੀ, ਤਸੱਲੀ ਨਾ ਹੋਈ। ਕੱਚ ਦੇ ਟੁਕੜੇ ਜਾਪੇ ਬਾਬੇ ਮੱਖਣ ਸ਼ਾਹ ਲੁਬਾਣੇ ਨੂੰ। ਕਹਿੰਦਾ ਹੀਰਾ ਇਹਨਾਂ 'ਚ ਹੈ ਹੀ ਨਹੀਂ ਹੈ। ਕੋਈ ਹੋਰ ਸੋਢੀਆਂ 'ਚੋਂ ਇੱਥੇ ਹੋਵੇ? ਕਹਿੰਦੇ ਹੈ ਕਮਲਾ ਰਮਲਾ ਜਿਹਾ, ਉਹ ਭੋਰੇ 'ਚ ਹੀ ਰਹਿੰਦਾ ਹੀ, ਉਹ ਕਿਸੇ ਨੂੰ ਮਿਲਦਾ ਨਹੀਂ ਹੈ। ਲੋਕਾਂ ਦਾ ਸੁਭਾਅ ਹੈ ਪਹਿਚਾਣ ਨਹੀਂ ਹੁੰਦੀ। ਸੰਸਾਰ ਛੱਡਣ ਵਾਲੇ ਜੋ ਨਿਰੰਕਾਰ ਨਾਲ ਜੁੜੇ ਉਹਨਾਂ ਨੂੰ ਕਮਲਾ ਹੀ ਕਹਿ ਦਿੰਦੇ। ਲੋਕਾਂ ਦਾ ਸੁਭਾਅ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਵੀ ਕਈ ਕੁਝ ਕਹਿੰਦੇ ਰਹੇ। ਖੁਦਾ ਦਾ ਸਰੂਪ ਨੇ ਤੇ ਲੋਕਾਂ ਦੀ ਬਿਰਤੀ ਵੇਖੋ। ਕੋਈ ਆਖੈ ਭੂਤ ਨਾ ਕੋ ਕਹੈ ਵੇ ਤਾਲਾ, ਨਾਨਕ ਆਖੇ ਆਦਮੀ ਵਾਹਿਗੁਰੂ। ਕੋਈ ਆਖੈ ਆਦਮੀ ਨਾਨਕ ਵਿਚਾਰਾ। ਤੇ ਕਈ ਇੱਥੇ ਗੁਰੂ ਨਾਨਕ ਸਾਹਿਬ ਨੂੰ ਆਮ ਇਨਸਾਨ ਦੱਸਦੇ ਨੇ। ਹੈਨ ਵੇਖਣ ਨੂੰ ਗੈਰ ਨਹੀਂ ਲੱਗਦੇ। ਲਿਬਾਸ ਸਿੱਖੀ ਦਾ ਹੀ ਪਾਇਆ ਹੈ। ਢੋਲਕੀਆਂ ਛੈਣੇ ਵੀ ਤੁਹਾਡੇ ਵਾਂਗੂ ਹੀ ਕੁੱਟਦੇ ਨੇ। ਤੇ ਪਤਾ ਹੀ ਉਦੋਂ ਲੱਗਦਾ ਜਦੋਂ ਹੌਲੀ ਜੀ ਕਹਿ ਜਾਂਦੇ ਲੈ ਗੁਰੂ ਨਾਨਕ ਤੇ ਸਾਡੇ ਵਰਗਾ ਆਮ ਹੀ ਇਨਸਾਨ ਸੀ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਵੀ ਇਹ ਮਲ ਮੂਤਰ ਦਾ ਲਿਫਾਫਾ ਗੁਰੂ ਨਾਨਕ ਦੇ ਬਰਾਬਰ ਹੋ ਗਿਆ। 4 ਬੰਦੇ ਕੀ ਇਹਨੂੰ ਸੁਣਨ ਲੱਗ ਪਏ, ਗੁਰੂ ਨਾਨਕ ਬਣ ਗਿਆ ਹੈ। ਮਹਾਰਾਜ ਕਹਿੰਦੇ ਨਹੀਂ, ਗੁਰੂ ਨਾਨਕ ਦੇਵ ਗੋਵਿੰਦ ਰੂਪ। ਗੁਰੂ ਨਾਨਕ ਇਸ ਦਾ ਸੁਪਰੀਮ ਲੋਰਡ। ਗੁਰੂ ਨਾਨਕ ਖੁਦਾਇਆ ਏ। ਸਾਗਰ ਦਾ ਮੁਕਾਬਲਾ ਕਦੇ ਕੁੱਜਾ ਨਹੀਂ ਕਰ ਸਕਦਾ, ਬੁਲਬਲੇ ਨਹੀਂ ਕਰ ਸਕਦੇ। ਖੈਰ ਗੁਰੂ ਨਾਨਕ ਸਾਹਿਬ ਕਹਿੰਦੇ ਉਦੋਂ ਵੀ ਮੂਰਖਾਂ ਦੀ ਕਮੀ ਨਹੀਂ ਸੀ। ਮੈਨੂੰ ਆਮ ਇਨਸਾਨ ਕਿਹਾ ਕਈਆਂ ਨੇ, ਅੱਜ ਵੀ ਕਹਿ ਰਹੇ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਆਮ ਇਨਸਾਨ ਕਮਲਾ ਰਮਲਾ ਕਿਹਾ ਬਕਾਲੇ ਦੇ ਲੋਕਾਂ। ਜਾਓ ਭੋਰੇ 'ਚ ਬੈਠਾ 26 ਸਾਲ ਹੋ ਗਏ ਉਹਨੂੰ, ਉਹ ਮੱਥੇ ਨਹੀਂ ਲੱਗਦਾ ਕਿਸੇ ਦੇ। ਬਾਬਾ ਮੱਖਣ ਸ਼ਾਹ ਲੁਬਾਣਾ ਸਮਝ ਗਿਆ ਵੀ ਹੀਰਾ ਹੁਣ ਲੱਭੇਗਾ। ਭੋਰੇ ਦੇ ਪਾਸ ਗਏ। ਹੁਣ ਇਹ ਵੀ ਤਰਕ ਖੜਾ ਹੋ ਜਾਂਦਾ ਵੀ 26 ਸਾਲ ਭੋਰੇ ਵਿੱਚ ਗੁਰੂ ਕਿੱਦਾਂ ਬਹਿ ਗਿਆ। ਇਹ ਤਰਕ ਉਦੋਂ ਖੜਾ ਹੋਵੇਗਾ ਜਦੋਂ ਤੇਰੇ ਜ਼ਿਹਨ ਵਿੱਚ ਇਹ ਵਿਚਾਰ ਬਹਿ ਗਿਆ ਵੀ ਮੈਂ ਤੇ ਗੁਰੂ ਨਾਨਕ ਇੱਕ ਜੈਸੇ। ਮੈਂ ਵੀ 5 ਭੂਤਕ ਸਰੀਰ ਵਾਲਾ, ਗੁਰੂ ਨਾਨਕ ਵੀ 5 ਭੂਤਕ ਸਰੀਰ ਵਾਲਾ। ਫਰਕ ਕੀ ਹੈ? ਫਰਕ ਬੜਾ ਹੈ। ਇੱਕ ਪੁਲਿਸ ਦੀ ਭਰਤੀ ਵਿੱਚ ਸਿਪਾਹੀ ਹੈ, ਵਰਦੀ ਉਹਦੀ ਵੀ ਖਾਕੀ ਹੈ, ਤੇ ਇੱਕ ਪੰਜਾਬ ਦਾ DGP ਹੈ, ਵਰਦੀ ਉਹਦੀ ਵੀ ਖਾਕੀ ਹੈ। ਇੱਕ ਬੈਂਕ 'ਚ ਕੈਸ਼ੀਅਰ ਹੈ, ਦੂਸਰਾ ਮੈਨੇਜਰ ਹੈ। ਵਰਦੀ ਇੱਕ ਜੈਸੀ ਹੋ ਸਕਦੀ ਹੈ ਪਰ ਅਜ਼ਮਤਾਂ ਦਾ, ਤਾਕਤਾਂ ਦਾ, ਬਰਕਤਾਂ ਦਾ ਫਰਕ ਹੈ। ਠੀਕ ਹੈ, ਅਵਤਾਰੀ ਲੋਕ 5 ਭੂਤਕ ਸਰੀਰ ਵਿੱਚ ਆਉਂਦੇ ਨੇ ਲੋਕਾਈ ਦਾ ਭਲਾ ਕਰਨ, ਪਰ ਵਰਦੀ ਆਪਣੇ ਵਰਗੀ ਵੇਖ ਕੇ ਟਪਲਾ ਨਾ ਖਾ ਜਾਇਓ ਵੀ ਗੁਰੂ ਤੁਹਾਡੇ ਵਰਗਾ ਹੀ ਹੋਵੇਗਾ। ਦੀਨ ਦੁਨੀਆ ਦੇ ਮਾਲਕ ਸਮਝ ਪੈ ਗਈ ਤੁਹਾਨੂੰ ਵੀ ਗੁਰੂ ਸਾਹਿਬ ਖੁਦਾਇਆ ਨੇ, ਤੇ ਫਿਰ ਇਹ ਤਰਕ ਨਹੀਂ ਰਵੇਗਾ ਵੀ 26 ਸਾਲ ਕਿੱਦਾਂ ਚੌਂਕੜਾ ਲਾ ਲਿਆ। ਹੁਣ ਆਪਣੇ ਕੋ ਅੱਧਾ ਘੰਟਾ ਨਹੀਂ ਚੌਂਕੜਾ ਲੱਗਦਾ ਤੇ ਤਰਕ ਆਪਾਂ ਕਰਨਾ ਹੀ ਕਰਨਾ ਵੀ 26 ਸਾਲ ਕਿੱਦਾਂ ਬਹਿ ਗਏ।
मैं एको गल कहांगा, बाणी कहती है कहो नानक मेरा गुर समराथा। गुरु नानक समर्थ है, माई गुरु इज ऑल पावरफुल, ही इज डिवाइन, हर अजमत करामात दे सहित है मेरा गुरु। सो थोड़ा जिहा ये ध्यान नाल सोचिया करो, गुर परमेश्वर है भी होग। पिछे भी खुदाया दा रूप सन ते अगां भी वो हाजरा हजूर ने, खुदा दा ही रूप ने। बैठे ने भोरे च माता गुजरी बाहर त्यागी बन के बैठी है, ते वैरागी बापू अंदर बैठे ने। बाबा मक्खण शाह लुबाणा बेनती करते ने, दर्शन करने ने माता जी गुरां दे। कहते नहीं, समाधि लीन ने, मुश्किल आवेगी, गिला ना करन जे समाधि चो उठाया। कहता झोली अड के झिड़का लै लवांगा, मां तेरे वंडे दियां दर्शन ते करने ही ने। दरवाजा खुलिया, दर्शन कीते, मुजस्मी चेहरा सी गुरु तेग बहादुर साहब दा। हजे बचन बिलास कोई नहीं चलिया, दीदारे करके ही चरना में चुक गया, दर्शन करके ही सजदा कर दिता, क्योंकि उसका रुतबा ही ऐसा महान है। तुसी कदे इतिहासकारां नूं पढ़ियो, बड़े बड़े विद्वान ये गल कहिंदे ने, आया गुरु तेग बहादुर चेहरे ते इतना नूर है, ना चाहुंदियां भी लोकाई तेरे अगे झुक जाती है, तेरे अगे सब सिजदा करते ने। हुण महाराज बारे बूटे शाह ने ना फारसी च तवारीखे पंजाब विच लिखिया, कहंदे गुरु तेग बहादुर बेपरवाह मरदे आजाद ने, पर अपने आप नूं लोकाई तो छुपा के रखते ने। परशियन विचों कहंदा है, ऊरा दरवेश सूरत वा पारसा सीरत याफत। दरवेश वर्गी सूरत, बड़े ठंडे सुभाव दे, अपने आप नूं गुप्त रखण वाले पातशाह गुरु तेग बहादुर सन। झुक गया बाबा मक्खण शाह ते झुक के दीन दुनिया दे मालक दे सावें वो दो चार मोहरां रख दित्तियां भी जे पूरा होवेगा ते बुझ लवेगा किस लिए आए हैं, नहीं तो फिर पांच चार मोहरां लैके चुप हो जाएगा। वो पिछले भी चुप कर ही गए ने। महाराज कहंदे सानू माया दी लोड़ नहीं है, ते की करदे हो? कहंदा जी दर्शनी भेटा है। कहंदे फिर ये मोहरां उठा, जो सुखना सुखी है वो पूरी कर। जां बचन करीदा नहीं हुंदा ते जां मर्दां वांगू पुगाईदा हुंदा है। 500 मोहर रख के ते अश्चर्यता विच चलिया गया भी मैं किधरे सुखना सुखी ते बैठा है, किधरे है ते ये बुझी जा रहा है। इनू कहंदे ने बिन बोलिया सब किश जानदा। 500 मोहर कढ़ के रख दी। महाराज कहंदे तेरा जहाज बने लाया है, इस करके ये तेरी सुखना है गुरु घर दी इत्थे रखनी पवेगी। कहंदा मैं किदां मन्ना, तुसीं जहाज बने लाया है। इतिहास दे बोल ने। बाबा मक्खण शाह लबाणे वाल वेख के गुरु तेग बहादुर साहिब सच्चे पातशाह अपने मोढे तो चोला हटाउंदे ने ते उसनूं गलूए मुबारक तो कुछ बोल कहिंदे ने। कहंदे ऐ मक्खण शाह आ साडे मोढे वल जरा ध्यान दे नाल वेख। पंथ प्रकाश दे बोल ने, पिख कंध अभी लग छिला पयो, जानत तू यह झल्ला पयो। तू झल्ला समझदा है सानू, जिद्दां लोग झल्ला कहिंदे ने। आ वेख तेरा जहाज बन्ने लाउंदे ने, मोढा छला लिया मैं। वैराग दे नाल गुरु तेग बहादुर साहब दे चरण धो दिते बाबा मक्खण शाह ने। हुण तुसीं ये
सवाल खड़ा कर दवो भी लै बैठे बाबे बकाले ते डुबदा जहाज सागर विच किवें गुरु पार लावे। तू भुल जाना है सरगुण तौर ते बैठे ने बाबे बकाले, निर्गुण जोर उहदा हर जगह चल रहा है। बाणी दा ही फरमान है, सब ते वड समरथ गुरदेव, सब सुख पाई तिसकी सेव। खेड़े विच आया बाबा मखण शाह ते कहंदा पातशाह हुण प्रगट हो। महाराज कहंदे नहीं, गुरु नानक दा तख्त वड्डा है, जिम्मेवारी वड्डी है, मैं ठहरिया एक फकीर। कहंदा किरपा करो, इत्थे कईयां दे जहाज डुब रहे ने, कारोबार डुब रहे ने, तुसीं बन्ने लाउणे ने, ते कईयां दे जीवन दे जहाज काम क्रोध लोभ मोह हंकार दियां छल्लां विच डुब रहे ने, उन्हां दा भी तुसीं उबार करना है। अकाल पुरख दा स्वरूप हो सतगुर विच आप रखे उनकर प्रगट आख सुनाया। सतगुर मिलिया सदा मुक्त है, जिन विचोह मोह चुकाया। गुरु साहब नजात दिवाउण वाले तुसीं ओ प्रगट हो। नारा लाया गुरु लादो रे, गुरु लादो रे। पातशाह प्रगट होए, लोकाई नूं तारिया और दिल्ली दे अंदर सनातन मत दी, हिंदूइज्म दी, इंसानियत दी रखिया लई तिलक जंजू राखा प्रभ ताका। कीनो बडो कलू मह साका, ठीकर फोर दलीस सिर प्रभपुर किया पयान। तेग बहादुर सी करया करी ना किन्हू आन। तेग बहादुर के चलत भयो जगत को शोक। है सब जग भयो जय 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 सुरलोक। शहादत दी अवधि माणी, जो सरण आवे तिस कंठ लावे हो बिरद स्वामी संदा। इन्हां पंक्तियां नूं प्रैक्टिकली दर्शाया भी गुरु नानक दे घर विच कोई भी दुखिया आवे, चाहे हिंदू है, मुसलमान है, ईसाई है, सिख है, यहूदी है, कोई भी आ जावे गुरु सीने नाल ला के बख्श दिंदा है। सनातन मत नूं डुबणों बचा लिया। ऐसे मेरे पातशाह महान ने। मैं इत्थे ही विचार नूं संकोच के ये तुहानूं बेनती करदा हाँ, 30 तरीक नूं खड्डे दी पौल इत्थे बरसणी है। गुरां दा हुक्म है, गुर के भाणे विच अमृत है, सहजे पावै कोए। आप अभिलाखी जन अपने नाम लिखवाओ, खंडे दी पौल छको, जीवन सफला करो। ते जेड़े कहंदे ना भी गुरु गोबिंद सिंह ने अमृत छकाया ही नहीं, इतिहास विच किधरे नहीं आउंदा, वो कदे भाई नंद लाल दी बाणी पढ़ियो। फारसी विच महापुरुष कहंदे ने, किहे जे इंसा मलक नामू दस्त ओ, इज्जते खाकिया फजू दस्त ओ। आए गुरु गोबिंद सिंह, प्रतख तेरी ये अजमत है, तू आम इंसान तो मलक देवते बना देना है। पुछो जी किवें? कहंदे खंडे दी पौल बख्श करके। बाणी भी तो कहती है ना, बलिहारी गुर अपने दिवहाड़ी सदवार, जिन मानस ते देवते किए करत ना लागी। वाह महाराज, खंडे दी पौल बरसाउंदे रहे ने। हुक्म मन्नोगे ते बाणी कहती है, हुक्म मन्निया होवे परवान तां खसमे का महल। पाए सी सिंह अते कौर बनो, तुहाडा जीवन सफला होवे। नशे छड्डिए, पौल छकीए, अमृत छकीए। सो दासे आप संगतां नूं बेनती करदा है, विचार करदिआं बेअंत त्रुटियां रह जांदियां ने। गुरु साहब बख्शण वाले ने। महापुरुष संत बाबा जोरा सिंह जी, बाबा गुरबख्श सिंह जी, ये सारा परिवार और ये सारे बेहंगम सिंह, गुरु के वजीर, सबना दा धन्नवाद जो सिख जगत की फुलवाड़ी नूं प्रफुल्लित करन लई ये समागम करवाउंदे ने। इत्थे सरदार अमरवीर सिंह जी ढोट होनी भी नाल ही आए ने, सिख स्टूडेंट फैडरेशन के प्रेजिडेंट ने। इउं दास इत्थे फतेह बुलाउंदा है प्रवान करनी जी। वाहिगुरू जी का खालसा, वाहिगुरू जी की फतेह। इस सन बाबा बंता सिंह जी, जिन्होंने बाबा गुरबख्श सिंह जी ਸਰੋ ਭਾਵ ਦੀ ਬਖਸ਼ਿਸ਼ ਕਰਨਗੇ। ਸਾਰੀਆਂ ਸੰਗਤਾਂ ਕਰੀਏ ਦਰਸ਼ਨ ਪਿਆਰ ਸਤਿਕਾਰ ਦੇ ਨਾਲ। ਆਓ ਗੁਰਮੁਖ ਪਿਆਰਿਓ, ਬਾਬਾ ਬੰਤਾ ਸਿੰਘ ਜੀ ਜਿਨ੍ਹਾਂ ਦਾ ਬਾਬਾ ਗੁਰਬਖਸ਼ ਸਿੰਘ ਜੀ ਨਾਲ ਬਹੁਤ ਪਿਆਰ ਹੈ, ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰਿਓ, ਹੁਣੇ ਹੀ ਆਪਾਂ ਨੇ ਸਰਵਣ ਕੀਤਾ, ਅੰਮ੍ਰਿਤ ਦੇ ਪ੍ਰਥਾਏ ਬਚਨ ਸਰਵਣ ਕੀਤੇ ਹਨ।
ਸਾਰੇ ਹੀ ਵੱਡਿਆ ਭਾਗਾਂ ਵਾਲੇ ਇੱਥੇ ਅੰਮ੍ਰਿਤ ਤਿਆਰ ਹੋਣਾ ਹੈ। ਗੁਰਮੁਖ ਪਿਆਰਿਓ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਾਂ ਨੇ ਜੀਵਨ ਸਫਲਾ ਕਰਨਾ ਹੈ। ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦਾ ਬਾਬਾ ਬੰਤਾ ਸਿੰਘ ਜੀ ਨਾਲ ਬੜਾ ਪਿਆਰ ਹੈ ਔਰ ਵਧਨੀ ਕਲਾਂ ਵੀ ਹਾਜ਼ਰੀਆਂ ਲਵਾਈਆਂ। ਬੋਲੇ ਸੋ ਨਿਹਾਲ। ਆਓ ਗੁਰਮੁਖਾਰ, ਬੋਲੇ ਸੋ ਨਿਹਾਲ। ਆਓ ਸਾਰੇ ਵੱਡਿਆ ਭਾਗਾਂ ਵਾਲੇ ਹਨ, ਦਿੱਲੀ ਤੋਂ ਆਏ ਹੋਏ ਸ਼ਾਲੀਮਾਰ ਬਾਗ ਵਾਲੇ 2 ਮਿੰਟ ਦੇ ਵਿੱਚ ਹਾਜ਼ਰੀ ਲਵਾਉਣਗੇ। ਉਹਨਾਂ ਤੋਂ ਬਾਅਦ ਬਾਬਾ ਜੀ ਦੀ ਦਰਗਾਹ